ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ, ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਅਜੀਤ ਸਿੰਘ ਬੀਰਬਰ। ਭਿਖ ਸੰਗਰਾਮ ਬਿਰਤੰਤਾ। ਚਹਿਓ ਆਪ ਨਿਕਸਨ ਤਬੈ, ਗੁਰ ਕੋ ਸੁਤ ਬਲਵੰਤ। ਸ਼੍ਰੀ ਅਜੀਤ ਸਿੰਘ ਬੀਰਬਰ। ਸਤਿਗੁਰੂ ਗਰੀਬ ਨਿਵਾਜ। ਹਲਤ ਪਲਤ ਕੇ ਰਖਿਅਕ। ਧਰਤੀ ਨੂੰ ਧੀਰਜ ਬਖਸ਼ਣਹਾਰ।
ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਹਾਜ਼ਰਾ ਹਜੂਰ ਗੁਰਤਾ ਗੱਦੀ ਤੇ ਸੁਭਾਏ ਮਾਨ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਦੇ ਸਦਕਾ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਆਪ ਜੀ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੀ ਹਜ਼ੂਰੀ ਅੰਦਰ ਪਾਵਨ ਬਾਣੀ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਆਪ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਸਰਵਣ ਕਰ ਰਹੇ ਸਨ। ਜਿਵੇਂ ਕੱਲ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਇਤਿਹਾਸ ਪ੍ਰਾਰੰਭ ਹੋਇਆ ਹੈ। ਗਰੀਬ ਨਿਵਾਜ ਧੰਨ ਕਲਗੀਧਰ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਕਿਲੇ ਨੂੰ ਆਪਣੀ ਇੱਛਾ ਦੇ ਨਾਲ ਛੱਡਦੇ ਹੋਏ ਸਤਿਗੁਰੂ ਜੀ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ, ਹਜੇ ਕੀਰਤਪੁਰ ਪਹੁੰਚੇ ਨਹੀਂ ਸਨ, ਕੀਰਤਪੁਰ ਤੋਂ ਥੋੜਾ ਪਿੱਛੇ ਹੀ ਸਨ। ਉਦੋਂ ਜਿਹੜੇ ਮੁਗਲ ਤੇ ਪਹਾੜੀ ਜਿਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ 8 ਮਹੀਨਿਆਂ ਤੋਂ ਘੇਰਾ ਪਾਇਆ ਹੋਇਆ ਸੀ, ਇਹ ਸਾਰੀਆਂ ਆਪਣੇ ਧਰਮ ਦੀਆਂ ਕਸਮਾਂ ਸਹੁੰਆਂ ਤੋੜਦੇ ਹੋਏ, ਆਪਣੇ ਧਰਮ ਤੋਂ ਮੁਨਕਰ ਹੁੰਦੇ ਹੋਏ ਇਸ ਗੱਲ ਦਾ, ਇਸ ਆਵਾਜ਼ ਦਾ ਨਾਅਰਾ ਉੱਚੀ ਉੱਚੀ ਲਾਉਂਦੇ ਹੋਏ ਕਿ ਗੁਰੂ ਹੁਣ ਕਿਲੇ ਦੇ ਵਿੱਚ ਨਹੀਂ ਰਿਹਾ, ਗੁਰੂ ਸਿੰਘਾਂ ਨੂੰ ਲੈ ਕਰਕੇ ਅੱਗੇ ਚਲੇ ਗਏ ਐ, ਉਹਨਾਂ ਦਾ ਪਿੱਛਾ ਕਰਕੇ ਤੇ ਉਹਨਾਂ ਨੂੰ ਹੁਣ ਫੜਨਾ ਕਰੋ, ਫੜ ਕੇ ਆਪਣੀ ਕੈਦ ਦੇ ਵਿੱਚ ਪਾਓ ਤੇ ਔਰੰਗਜ਼ੇਬ ਦੇ ਕੋਲ ਲੈ ਕੇ ਚੱਲੀਏ। ਯਾ ਅੱਲਾ ਦੇ ਨਾਅਰੇ ਮਾਰਦੇ ਹੋਏ ਸਾਧ ਸੰਗਤ ਜੀ ਇਹ ਮੁਗਲ ਆਪਣੀ ਸਾਰੀ ਫੌਜ ਦੇ ਨਾਲ ਪਹਾੜੀਏ ਇਕੱਠੇ ਹੋਏ ਰਲੇ। ਇਹ 22 ਧਾਰ ਦੇ ਪਹਾੜੀਏ ਆਪਣੀ ਫੌਜਾਂ ਨੂੰ ਨਾਲ ਲੈ ਕਰਕੇ ਮਹਾਰਾਜ ਜੀ ਦਾ ਪਿੱਛਾ ਕਰਨ ਲੱਗੇ ਹਨ। ਇੱਥੋਂ ਤੱਕ ਇਤਿਹਾਸ ਦਾ ਜ਼ਿਕਰ ਆਪਾਂ ਕੱਲ ਸਰਵਣ ਕੀਤਾ ਸੀ। ਹੁਣ ਜਿਵੇਂ ਗਰੀਬ ਨਿਵਾਜ ਅੱਗੇ ਚਾਲਾ ਮਾਰ ਰਹੇ ਐ, ਚੱਲ ਰਹੇ ਐ, ਬੜੇ ਪ੍ਰੇਮ ਦੇ ਨਾਲ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ, ਮਨ ਨੂੰ ਬਾਹਰੋਂ ਜਾਣੋਂ ਰੋਕ ਕਰਕੇ, ਫੁਰਨੇ ਰੋਕ ਕਰਕੇ, ਜੋ ਇੱਕ ਕਲਗੀਧਰ ਪਾਤਸ਼ਾਹ ਜੀ ਦਾ ਵਿਲੱਖਣ ਇਤਿਹਾਸ ਹੈ, ਕੌਤਕਮਈ ਅਚਰਜ ਇਤਿਹਾਸ ਹੈ, ਇਹਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਜਿਹੜੀਆਂ ਸੰਗਤਾਂ ਹਜੇ ਗੁਰੂ ਦੀਵਾਨ ਦੇ ਵਿੱਚ ਹਾਜ਼ਰ ਨਹੀਂ ਹੋਈਆਂ, ਉਹਨਾਂ ਨੂੰ ਬੇਨਤੀ ਹੈ ਕਿ ਸੰਗਤ ਦੇ ਵਿੱਚ ਆ ਕੇ ਹਾਜ਼ਰ ਹੋਣ। ਮਹਾਰਾਜ ਜੀ ਤੋਂ ਇਤਿਹਾਸ ਤੋਂ, ਮਹਾਰਾਜ ਜੀ ਦੇ ਇਤਿਹਾਸ ਤੋਂ ਆਪ ਵੀ ਵਾਕਿਫ ਹੋਈਏ। ਆਪਣੇ ਬੱਚਿਆਂ ਨੂੰ, ਆਪਣੇ ਨੌਜਵਾਨਾਂ ਨੂੰ, ਆਪਣੀ ਪੀੜ੍ਹੀਆਂ ਨੂੰ ਸਤਿਗੁਰੂ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਈਏ। ਧੰਨ ਕਲਗੀਧਰ ਪਾਤਸ਼ਾਹ ਜੀ ਜਦੋਂ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਦੇ ਲਾਗੇ 500 ਦਾ ਘੇਰਾ ਸਿੰਘਾਂ ਨੇ ਪਾਇਆ ਹੋਇਆ ਮਹਾਰਾਜ ਜੀ ਨੂੰ ਆਪਣੇ ਘੇਰੇ ਦੇ ਵਿੱਚ ਲੈ ਕੇ ਸਤਿਗੁਰੂ ਜੀ ਨੂੰ ਚੱਲ ਰਹੇ ਐ। ਜਦੋਂ ਸਤਿਗੁਰੂ ਜੀ ਇੱਥੇ ਪਹੁੰਚੇ, ਪਹਾੜੀ ਮੁਗਲ ਆਪਣੀਆਂ ਕਸਮਾਂ ਤੋੜ ਕਰਕੇ ਪਿੱਛੋਂ ਇਸ ਗੱਲ ਦਾ ਨਾਅਰਾ ਮਾਰਦੇ ਹੋਏ ਪੈ ਟੁੱਟੇ ਕਿ ਗੁਰੂ ਨੂੰ ਫੜ ਲਈਏ, ਕੋਈ ਅੱਗੇ ਜਾ ਨਾ ਪਾਏ, ਸਿੰਘ ਨਾ ਕੋਈ ਅੱਗੇ ਜਾ ਪਾਏ। ਇਹਨਾਂ ਦੇ ਕੋਲ ਸਿੰਘ ਥੋੜੇ ਹੀ ਆ, ਹੁਣੇ ਕਿਤੇ ਹਨੇਰੀ ਰਾਤ ਵਿੱਚੋਂ ਲੰਘ ਨਾ ਜਾਣ।
ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਤਾਂ ਆਪਣੇ ਵਹੀਰ ਦੇ ਨਾਲ ਤੁਰਦੇ ਜਾ ਰਹੇ ਐ, ਪਰ ਇਹਨਾਂ ਨੇ ਪਿੱਛੋਂ ਸਾਧ ਸੰਗਤ ਜੀ ਆ ਕੇ ਹਮਲਾ ਕਰ ਦਿੱਤਾ। ਹਨੇਰੀ ਰਾਤ ਹੈ, ਇਹ ਨਹੀਂ ਪਤਾ ਲੱਗ ਰਿਹਾ ਕਿ ਕੌਣ ਆਪਣਾ ਤੇ ਕੌਣ ਪਰਾਇਆ। ਉਸ ਵੇਲੇ ਹਨੇਰੀ ਰਾਤ ਦੇ ਵਿੱਚ ਸਾਧ ਸੰਗਤ ਜਿਨ੍ਹਾਂ ਨੇ ਪਛਾਣ ਲਿਆ ਕਿ ਸਿੰਘ ਤੁਰੇ ਜਾ ਰਹੇ, ਪਿੱਛੋਂ ਹਮਲਾ ਕਰ ਦਿੱਤਾ। ਮਹਾਰਾਜ ਜੀ ਨੇ ਸਾਧ ਸੰਗਤ ਜੀ ਸਾਰੇ ਨਗਰ ਦੇ ਲੋਕ, ਮਾਤਾਵਾਂ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦੇ ਛੋਟੇ, ਇਹ ਸਤਿਗੁਰੂ ਜੀ ਨੇ ਪਹਿਲੇ ਆਪਣੇ ਅੱਗੇ ਤੋਰੇ ਸਨ, ਕਿਉਂਕਿ ਮਹਾਰਾਜ ਜੀ ਜਾਣਦੇ ਸਨ। ਕਲਗੀਧਰ ਪਾਤਸ਼ਾਹ ਜੀ ਇਹਨਾਂ ਮੁਸਲਮਾਨਾਂ ਦੀਆਂ, ਇਹਨਾਂ ਪਹਾੜੀਆਂ ਦੀਆਂ ਖੋਟੀ ਨੀਤੀਆਂ ਨੂੰ ਮਹਾਰਾਜ ਜੀ ਚੰਗੀ ਤਰ੍ਹਾਂ ਜਾਣਦੇ ਸਨ। ਆਪਾਂ ਇੱਕ ਪੰਕਤੀ ਪੜ੍ਹਦੇ ਹਾਂ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਜੀ ਇਹ ਵੀ ਹਰ ਇੱਕ ਦੇ ਦਿਲ ਦੀ ਗੱਲ ਜਾਣਦੇ ਆ ਕਿ ਕਿਹੜਾ ਚੰਗਾ ਏ ਕਿਹੜਾ ਮਾੜਾ ਆ। ਗੁਰੂ ਘਰ ਦੇ ਵਿੱਚ ਕਿਹੜਾ ਚੰਗੀ ਭਾਵਨਾ ਲੈ ਕੇ ਆਉਂਦਾ ਤੇ ਕਿਹੜਾ ਮਾੜੀ ਭਾਵਨਾ ਲੈ ਕਰਕੇ ਆਉਂਦਾ, ਮਹਾਰਾਜ ਜੀ ਸਭ ਜਾਣਦੇ ਆ। ਪਰ ਸਤਿਗੁਰੂ ਜੀ ਕਿਸੇ ਦੇ ਤਾਈਂ ਕੁਝ ਕਹਿੰਦੇ ਨੇ, ਕਿਉਂਕਿ ਮਹਾਰਾਜ ਨੂੰ ਪਤਾ ਹੁੰਦਾ ਕਿ ਅੱਗੇ ਕੀ ਕੌਤਕ ਵਰਤਣਾ। ਸਤਿਗੁਰੂ ਜੀ ਨੂੰ ਪਤਾ ਤਾਂ ਸੀ ਵੀ ਨਾ ਹਮਲਾ ਕਰ ਦੇਣਾ ਆ, ਪਰ ਸਿੰਘਾਂ ਦੀਆਂ ਬਾਰ-ਬਾਰ ਬੇਨਤੀਆਂ ਕਰਨ ਤੋਂ, ਮਾਤਾ ਜੀ ਦੇ ਕਹਿਣ ਤੋਂ ਮਹਾਰਾਜ ਨੇ ਕਿਲਾ ਛੱਡਿਆ। ਜਦੋਂ ਆ ਕੇ ਸਾਧ ਸੰਗਤ ਜੀ ਪਿੱਛੋਂ ਇਹ ਮੁਗਲ ਪਹਾੜੀਏ ਪੈ ਗਏ ਟੁੱਟ ਕੇ ਜੰਗ ਕਰਨ ਵਾਸਤੇ, ਸਿੰਘ ਇਹਨਾਂ ਨੇ ਘੇਰ ਲਏ। ਉਸ ਵੇਲੇ ਮਹਾਰਾਜ ਜੀ ਵੱਲ ਸਾਰੇ ਸਿੰਘਾਂ ਨੇ ਵੇਖਿਆ, ਜਾਂ ਮਹਾਰਾਜ ਜੀ ਨੇ ਵੇਖਿਆ ਸਾਰਿਆਂ ਸਿੰਘਾਂ ਵੱਲ, ਤੇ ਸਾਰਿਆਂ ਸਿੰਘਾਂ ਨੇ ਨੀਵੀਆਂ ਪਾ ਲਈਆਂ ਕਿ ਅਸੀਂ ਮਹਾਰਾਜ ਦਾ ਬਚਨ ਨਹੀਂ ਮੰਨਿਆ। ਸਤਿਗੁਰੂ ਜੀ ਸਾਨੂੰ ਕਹਿ ਰਹੇ ਪਿਤਾ ਮਹਾਰਾਜ ਜੀ ਕਿ ਕਿਲਾ ਨਾ ਛੱਡੀਏ। ਗਰੀਬ ਨਵਾਜ ਜੀ ਨੇ ਉੱਥੇ ਬਚਨ ਕੀਤਾ ਕਿ ਹੁਣ ਇਹਨਾਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ। ਸਿੰਘੋ ਖਾਲਸਾ ਜੀ, ਹੁਣ ਇਹਨਾਂ ਦੇ ਨਾਲ ਜੰਗ ਕਰਨਾ ਹੀ ਬਣ ਆਉਂਦਾ। ਸਾਧ ਸੰਗਤ ਜੀ ਜਿਹੜੇ ਪਿਛਲੇ ਸਿੰਘ ਸਨ ਸ਼ਸਤਰਧਾਰੀ, ਉਹਨਾਂ ਨੇ ਜੰਗ ਆਰੰਭ ਕਰ ਦਿੱਤਾ। ਇਹ ਮੁਸਲਮਾਨ ਅੱਗੇ ਵੱਧਦੇ ਜਾ ਰਹੇ, ਪਰ ਸਿੰਘ ਅੱਗੇ ਵਧਣ ਨਹੀਂ ਦਿੰਦੇ। ਸਤਿਗੁਰੂ ਜੀ ਨੇ ਆਪਣੇ ਵਹੀਰ ਦੀ ਜਿਹੜੀ ਚਾਲ ਹੈ, ਘੋੜਿਆਂ ਦੀ ਚਾਲ, ਉਹ ਤੇਜ਼ ਕਰ ਲਈ। ਰਾਤ ਦਾ ਸਮਾਂ ਸਾਧ ਸੰਗਤ ਜੀ 12 ਵਜੇ ਤੋਂ ਸਮਾਂ ਲੰਘ ਚੁੱਕਾ ਹੈ। ਤਕਰੀਬਨ 3 ਵਜੇ ਇਹਨਾਂ ਨੇ ਸਾਧ ਸੰਗਤ ਜੀ ਘੇਰਾ ਪਾ ਲਿਆ ਪਹਾੜੀਆਂ ਮੁਗਲਾਂ ਨੇ, ਤੇ ਸਿੰਘਾਂ ਨੇ ਬੜਾ ਡਟ ਕੇ ਜੰਗ ਕੀਤਾ। ਤੇ ਸਤਿਗੁਰੂ ਜੀ ਚੱਲਦੇ ਹੋਏ ਕੀਰਤਪੁਰ ਸਾਹਿਬ ਜਦੋਂ ਪਹੁੰਚੇ ਐ, ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਨਮਸਕਾਰ ਕੀਤੀ। ਵੱਡਿਆਂ ਸਤਿਗੁਰਾਂ ਦੇ ਚਰਨ ਪਏ ਹੋਏ ਜਾਣ ਕਰਕੇ ਮਹਾਰਾਜ ਜੀ ਨੇ ਪਤਾਲਪੁਰੀ ਵੱਲ ਨੂੰ ਨਮਸਕਾਰ ਕੀਤੀ। ਇੱਥੇ ਨਮਸਕਾਰ ਕਰਕੇ ਸਤਿਗੁਰੂ ਜੀ ਅੱਗੇ ਵੱਧ ਤੁਰੇ। ਜਿੱਥੇ ਸਰਸਾ ਦਾ ਕੰਢਾ ਆ ਸਾਧ ਸੰਗਤ ਜੀ, ਇੱਥੇ ਮਹਾਰਾਜ ਜੀ ਆ ਖਲੋਤੇ, ਤੇ ਪਿੱਛੋਂ ਪਹਾੜੀਆਂ ਦਾ, ਮੁਗਲਾਂ ਦਾ ਬਹੁਤਾ ਜ਼ੋਰ ਪਾਇਆ ਫੌਜਾਂ ਨੇ, ਕਿਉਂਕਿ ਇਹਨਾਂ ਦੀ ਸਾਧ ਸੰਗਤ ਜੀ 10 ਲੱਖ ਫੌਜ ਤਾਂ ਮੁਸਲਮਾਨਾਂ ਦੀ ਆ, ਔਰੰਗਜ਼ੇਬ ਦੀ, ਤੇ ਬਾਕੀ ਜਿਹੜੇ 22 ਰਾਜੇ ਐ ਪਹਾੜੀਏ, ਇਹਨਾਂ ਦੀ ਫੌਜ ਹੈ। ਇਹਨਾਂ ਨੇ ਜਦੋਂ ਬਹੁਤਾ ਜ਼ੋਰ ਪਾਇਆ ਤਾਂ ਮਹਾਰਾਜ ਜੀ ਨੇ ਵੇਖਿਆ ਕਿ ਸਾਡੇ ਨਾਲ ਸਾਹਿਬਜ਼ਾਦੇ ਸਨ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ। ਮਹਾਰਾਜ ਜੀ ਨੇ ਸਿੰਘਾਂ ਨੂੰ ਪੁੱਛਿਆ ਕਿ ਵੱਡੇ ਸਾਹਿਬਜ਼ਾਦੇ ਕਿੱਧਰ ਹਨ? ਸਿੰਘਾਂ ਨੇ ਦੱਸਿਆ ਮਹਾਰਾਜ ਜੀ ਪਿੱਛੇ ਮੁਗਲ ਚੜ੍ਹ ਕੇ ਆ ਪਏ ਨੇ, ਉਹਨਾਂ ਦੇ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਵਿੱਚ ਲੱਗੇ ਹੋਏ, ਜੰਗ ਦੇ ਵਿੱਚ ਡਟੇ ਹੋਏ ਹਨ। ਮਹਾਰਾਜ ਜੀ ਬੜੀ ਸੂਰਮਤਾਈ ਦੇ ਨਾਲ ਉੱਥੇ ਜ਼ੋਰ ਵਿਖਾ ਰਹੇ ਸ਼ਸਤਰਾਂ ਦੇ। ਤਾਂ ਗਰੀਬ ਨਵਾਜ ਜੀ ਨੇ ਆਖਿਆ ਕਿ ਸਾਹਿਬਜ਼ਾਦਾ ਜੀ ਨੂੰ ਅੱਗੇ ਭੇਜੋ, ਕਿਉਂਕਿ ਮਹਾਰਾਜ ਜੀ ਜਾਣਦੇ ਸਨ ਕਿ ਇਹ ਉਹਨਾਂ ਦੇ ਸ਼ਹੀਦੀ ਦੇਣ ਦੀ ਜਗ੍ਹਾ ਹਜੇ ਨਹੀਂ ਆਈ। ਤੋ ਸਾਧ ਸੰਗਤ ਜੀ ਉਸ ਵੇਲੇ ਭਾਈ ਉਦੈ ਸਿੰਘ ਜੀ ਕੋਲ ਖੜੇ ਹਨ, ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਦੇ ਭਰਾ ਬਾਬਾ ਬਚਿੱਤਰ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਾਥੀ ਦੇ ਮੱਥੇ ਵਿੱਚ ਬਰਸ਼ੀਆਂ ਮਾਰ ਕੇ ਉਹਦਾ ਮੱਥਾ ਪਾੜਿਆ ਸੀ, ਉਹਨਾਂ ਦੇ ਭਰਾ ਬਾਬਾ ਉਦੈ ਸਿੰਘ ਜੀ। ਇਹ ਭਾਈ ਉਦੈ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਫਿਰ ਦਾਸ ਨੂੰ ਆਗਿਆ ਦਿਓ, ਮੈਂ ਮੁਗਲਾਂ ਦੇ ਨਾਲ ਇਹਨਾਂ ਨੂੰ ਰੋਕ ਲਵਾਂ। ਸਤਿਗੁਰੂ ਜੀ ਖੁਸ਼ ਹੋ ਕਰਕੇ ਕਹਿਣ ਲੱਗੇ ਕਿ ਸਿੰਘਾ ਤੂੰ ਸਾਡਾ ਮਨ ਖੁਸ਼ ਕੀਤਾ, ਜਾਓ ਸਾਹਿਬਜ਼ਾਦਾ ਨੂੰ ਅੱਗੇ ਭੇਜ ਦਿਓ ਤੇ ਤੁਸੀਂ ਉੱਥੇ ਜੰਗ ਲੜੋ। ਤੇ ਬੇਨਤੀ ਕੀਤੀ ਮਹਾਰਾਜ ਜੀ ਕਿਰਪਾ ਕਰੋ, ਐਨੀ ਬਖਸ਼ਿਸ਼ ਕਰੋ, ਮੈਂ ਉੱਥੋਂ ਮਹਾਰਾਜ ਜੀ ਜੰਗ ਕਰਦਾ ਹੋਇਆ ਸਰਸਾ ਦੇ ਕੰਢੇ ਤੱਕ ਆ ਕੇ ਪਹੁੰਚਾਂ। ਕਲਗੀਧਰ ਪਾਤਸ਼ਾਹ ਜੀ ਖੁਸ਼ ਆ ਕਰਕੇ ਕਹਿਣ ਲੱਗੇ ਕਿ ਬਾਬਾ ਉਦੈ ਸਿੰਘ ਜੀ, ਜੇ ਤੁਸੀਂ ਇਹ ਮਨ ਦੇ ਵਿੱਚ ਇੱਛਾ ਕੀਤੀ ਹੈ, ਜੇ ਫੁਰਨਾ ਕੀਤਾ ਕਿ ਮੈਂ ਸਰਸਾ ਦੇ ਕੰਢੇ ਤੱਕ ਪਹੁੰਚਾਂ, ਫਿਰ ਤੁਸੀਂ ਸਰਸਾ ਦੇ ਕੰਢੇ ਤੱਕ ਹੀ ਪਹੁੰਚੋਗੇ, ਇੱਥੇ ਤੁਹਾਡੀ ਸ਼ਹੀਦੀ ਹੋ ਜਾਵੇਗੀ।
ਜੇ ਤੁਸੀਂ ਸਰਸਾ ਦੇ ਕੰਢੇ ਤੱਕ ਪਹੁੰਚਣਾ ਮੰਗਿਆ ਤਾਂ ਇੱਥੋਂ ਤੱਕ ਹੀ ਪਹੁੰਚੋਗੇ ਲੜਦੇ। ਇੱਥੇ ਆ ਕੇ ਤੁਹਾਡੀ ਸ਼ਹੀਦੀ ਹੋ ਜਾਵੇਗੀ। ਸਤ ਬਚਨ ਮਹਾਰਾਜ ਜੀ 3 ਪ੍ਰਕਰਮਾਂ ਕਰਕੇ ਬਾਬਾ ਉਦੈ ਸਿੰਘ ਜੀ ਸਾਧ ਸੰਗਤ ਜੀ ਵੀਰ ਰਸ ਦੇ ਵਿੱਚ, ਕਿਉਂਕਿ ਜਦੋਂ ਸਾਧ ਸੰਗਤ ਜੀ ਜੰਗ ਛੱਡਦਾ ਹੈ ਨਾ, ਉਦੋਂ ਜਿਹੜੇ ਸੂਰਮੇ ਹੁੰਦੇ ਆ, ਜਿਨ੍ਹਾਂ ਦੇ ਹਿਰਦੇ ਸੂਰਮਤਾਈ ਦੇ ਨਾਲ ਭਰੇ ਹੁੰਦੇ ਆ, ਵੀਰ ਰਸ ਦੇ ਨਾਲ ਭਰੇ ਹੁੰਦੇ, ਉਹਨਾਂ ਦੇ ਅੰਦਰ ਫਿਰ ਚਾਅ ਆ ਜਾਂਦਾ। ਯੁੱਧ ਨੂੰ ਵੇਖ ਕਰਕੇ, ਜਿਵੇਂ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਵੀ ਰਣ ਨੂੰ ਵੇਖ ਕਰਕੇ, ਯੁੱਧ ਨੂੰ ਦੇਖ ਕਰਕੇ ਸੂਰਮਿਆਂ ਦੇ ਚਿੱਤ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਆ ਕਿ ਕਦੋਂ ਅਸੀਂ ਜਾ ਕੇ ਜੰਗ ਦੇ ਵਿੱਚ ਲੜੀਏ ਤੇ ਸ਼ਹੀਦੀ ਪਾਈਏ। ਸਾਧ ਸੰਗਤ ਜੀ ਬਾਬਾ ਉਦੈ ਸਿੰਘ ਜੀ ਨੇ ਮਹਾਰਾਜ ਤੋਂ ਆਗਿਆ ਲਈ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕੋਲ ਗਏ ਹਨ। ਮਹਾਰਾਜ ਜੀ ਦਾ ਹੁਕਮ ਸੁਣਾਇਆ ਕਿ ਤੁਹਾਨੂੰ ਪਿਤਾ ਸਤਿਗੁਰੂ ਜੀ ਅੱਗੇ ਯਾਦ ਕਰ ਰਹੇ, ਜੇ ਤੁਸੀਂ ਅੱਗੇ ਮਹਾਰਾਜ ਜੀ ਦੇ ਕੋਲ ਜਾਓ। ਸਾਹਿਬਜ਼ਾਦਾ ਜੀ ਕਹਿਣ ਲੱਗੇ ਕਿ ਅਸੀਂ ਇੱਥੇ ਮੁਗਲਾਂ ਦੇ ਨਾਲ ਹਜੇ ਜੰਗ ਕਰਨਾ ਬਾਬਾ ਜੀ, ਹਜੇ ਅਸੀਂ ਅੱਗੇ ਨਹੀਂ ਜਾਣਾ। ਕਹਿੰਦੇ ਪਿਤਾ ਸਤਿਗੁਰੂ ਜੀ ਦਾ ਹੁਕਮ ਹੈ, ਉਹਨਾਂ ਨੇ ਮੈਨੂੰ ਹੁਕਮ ਕਰਕੇ ਭੇਜਿਆ, ਪਰ ਤੁਸੀਂ ਹੁਣ ਅੱਗੇ ਚਲੇ ਜਾਓ ਮਹਾਰਾਜ ਦੇ ਕੋਲ। ਸਾਧ ਸੰਗਤ ਜੀ ਮਹਾਰਾਜ ਜੀ ਦਾ ਹੁਕਮ ਸੁਣ ਕਰਕੇ ਸਾਹਿਬਜ਼ਾਦਾ ਜੀ ਅੱਗੇ ਸਤਿਗੁਰੂ ਜੀ ਦੇ ਕੋਲ ਆ ਗਏ ਤੇ ਉੱਥੇ ਬਾਬਾ ਉਦੈ ਸਿੰਘ ਜੀ ਸਾਧ ਸੰਗਤ ਜੀ ਜੰਗ ਕਰਨ ਲੱਗੇ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਸਵਾ ਪਹਿਰ ਸਾਧ ਸੰਗਤ ਜੀ ਜੰਗ ਮਚਾਇਆ ਬਾਬਾ ਉਦੈ ਸਿੰਘ ਜੀ ਨੇ। ਬੜਾ ਭਿਆਨਕ ਜੰਗ ਮਚਾਇਆ। ਮੁਗਲ ਪਹਾੜੀਏ ਮੁਸਲਮਾਨ ਸਾਰੇ ਵੱਢ ਰੱਖ ਦਿੱਤੇ ਆਪਣੇ ਸ਼੍ਰੀ ਸਾਹਿਬ ਦੇ ਨਾਲ। ਇੱਕ ਪਹਿਰ ਸਾਧ ਸੰਗਤ ਜੀ, ਇੱਕ ਪਹਿਰ ਦੇ ਵਿੱਚ 3 ਘੰਟੇ ਹੁੰਦੇ ਐ। ਸਵਾ ਪਹਿਰ ਦਾ ਤੁਸੀਂ ਹਿਸਾਬ ਲਾ ਲਓ ਵੀ 3 ਘੰਟੇ ਤੋਂ ਉੱਤੇ ਬਾਬਾ ਉਦੈ ਸਿੰਘ ਜੀ ਨੇ ਜੰਗ ਲੜਿਆ। ਨਾਲ ਸਾਧ ਸੰਗਤ ਜੀ ਭਾਈ ਜੀਵਨ ਸਿੰਘ ਜੀ, ਉਹ ਵੀ ਮਹਾਰਾਜ ਦੇ ਸਿੱਖ, ਇਹਨਾਂ ਦੀ ਸਹਾਇਤਾ ਦੇ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਵੀ ਸਾਧ ਸੰਗਤ ਜੀ ਸਵਾ ਪਹਿਰ ਜੰਗ ਉੱਥੇ ਮੁਸਲਮਾਨਾਂ ਦੇ ਨਾਲ ਲੜਿਆ। ਜਿਵੇਂ ਕੋਈ ਵੱਡਾ ਪੱਥਰ ਸਾਧ ਸੰਗਤ ਜੀ ਦਰਿਆ ਨਦੀ ਚੜ੍ਹ ਕੇ ਆ ਰਿਹਾ ਹੋਵੇ, ਪਾਣੀ ਚੜ੍ਹ ਕੇ ਆ ਰਿਹਾ ਹੋਵੇ, ਜਿਵੇਂ ਕੋਈ ਪਹਾੜ ਹੀ ਅੱਗੇ ਲੱਗ ਜਾਂਦਾ ਤੇ ਪਾਣੀ ਸਾਰੇ ਨੂੰ ਰੋਕ ਲੈਂਦਾ ਆ, ਇਵੇਂ ਪਾਣੀ ਰੂਪੀ ਮੁਗਲਾਂ ਦੀ ਫੌਜ ਚੜ੍ਹੀ ਆ ਰਹੀ ਹੈ। ਪਹਾੜ ਬਣ ਕਰਕੇ ਬਾਬਾ ਉਦੈ ਸਿੰਘ ਜੀ ਤੇ ਭਾਈ ਜੀਵਨ ਸਿੰਘ ਜੀ ਨੇ ਸਾਰੀ ਫੌਜ ਨੂੰ ਉੱਥੇ ਰੋਕ ਲਿਆ। 10 ਲੱਖ ਫੌਜ ਮੁਸਲਮਾਨਾਂ ਦੀ, ਬਾਕੀ 22 ਧਾਰ ਦੇ ਪਹਾੜੀਆਂ ਦੀ ਫੌਜ। ਇੱਕ ਮੁਸਲਮਾਨ, ਇੱਕ ਪਹਾੜੀਆਂ ਫੌਜ ਦਾ ਇਹਨਾਂ ਨੇ ਨੌਕਰ ਸੇਵਕ ਅੱਗੇ ਨਹੀਂ ਜਾਣ ਦਿੱਤਾ। ਜਿੰਨਾ ਚਿਰ ਇੱਥੇ ਕਿਰਪਾਨ ਲੈ ਕਰਕੇ, ਸ਼੍ਰੀ ਸਾਹਿਬ ਲੈ ਕਰਕੇ ਡਟੇ ਰਹੇ, ਇੱਕ ਵੀ ਸੂਰਮਾ ਮਹਾਰਾਜ ਦੇ ਵੱਲ ਨੂੰ ਵਧਿਆ ਨਹੀਂ। ਇੱਧਰ ਸਾਧ ਸੰਗਤ ਜੀ ਸਮਾਂ ਹੋ ਗਿਆ ਆ ਅੰਮ੍ਰਿਤ ਵੇਲੇ ਦਾ। ਧੰਨ ਕਲਗੀਧਰ ਪਾਤਸ਼ਾਹ ਜੀ ਸਰਸਾ ਦੇ ਨੇੜੇ ਪਹੁੰਚ ਗਏ ਆ। ਉਤੋਂ ਠੰਡ ਬੜੀ ਹੈ, ਧੁੰਦ ਪਈ ਹੋਈ, ਪਿੱਛੋਂ ਫੌਜਾਂ ਜਿਵੇਂ ਲੜਦੀਆਂ ਹਨ, ਤਲਵਾਰਾਂ ਇੱਕ ਦੂਸਰੇ ਦੇ ਵਿੱਚ ਵੱਜਦੀਆਂ, ਢਾਲਾਂ ਤੇ ਤਲਵਾਰਾਂ ਵੱਜਦੀਆਂ, ਬੜੀ ਭਿਆਨਕ ਆਵਾਜ਼ ਆ ਰਹੀ ਹੈ। ਜੰਗ ਮਾਚਰੇ ਮਚਿਆ ਪਿਆ ਪੂਰਾ, ਤੇ ਬੜੀ ਭਿਆਨਕ ਆਵਾਜ਼ਾਂ ਜਿਹੜੀਆਂ ਚੀਕ ਚਹਾੜਾ ਪੈ ਰਿਹਾ। ਉੱਥੇ ਭੂਤ ਜਿਹੜੇ ਡਾਕਣੀਆਂ ਜੋਗਣੀਆਂ ਇਹ ਘੁੰਮ ਰਹੀਆਂ, ਚੀਕ ਚਹਾੜਾ ਮਾਰਦੀਆਂ। ਜਿਹੜਾ ਸੂਰਮਾ ਮਰਦਾ ਆ ਉਹਦੇ ਸਰੀਰ ਨੂੰ ਉਸੇ ਵੇਲੇ ਚੀਰ ਫਾੜ ਕੱਢ ਦਿੰਦੀਆਂ। ਉਸੇ ਵੇਲੇ ਚੜੇਲਾਂ ਸਾਧ ਸੰਗਤ ਜੀ ਸਰੀਰ ਦੇ ਵਿੱਚੋਂ ਖੂਨ ਪੀਂਦੀਆਂ। ਜਿਹੜੀਆਂ ਜੋਗਣੀਆਂ ਹਨ ਇਹ ਖੂਨ ਪੀਂਦੀਆਂ, ਸੂਰਮਿਆਂ ਦਾ ਖੂਨ ਪੀ ਕਰਕੇ ਉੱਚੀ ਉੱਚੀ ਕਿਲਕਾਰੀਆਂ ਮਾਰਦੀਆਂ। ਐਸਾ ਸਾਧ ਸੰਗਤ ਜੀ ਭਿਆਨਕ ਰੌਲਾ ਉੱਥੇ ਪਿਆ। ਜਦੋਂ ਮਹਾਰਾਜ ਜੀ ਸਰਸਾ ਤੇ ਕੰਢੇ ਪਹੁੰਚੇ ਹੈ ਨਾ, ਤਾਂ ਸਾਰੇ ਸਿੰਘ ਸਤਿਗੁਰੂ ਜੀ ਦੇ ਚਿਹਰੇ ਵੱਲ ਨੂੰ ਵੇਖ ਰਹੇ ਆ। ਬੜਾ ਮਹਾਰਾਜ ਜੀ ਦਾ ਪ੍ਰਤਾਪੀ ਚਿਹਰਾ ਮਗਿਆ ਹੋਇਆ ਨੂਰ ਦੇ ਨਾਲ ਐ ਨੂੰ ਨੂਰ ਝਲਕ ਰਿਹਾ। ਕੋਈ ਉਦਾਸਤਾ ਹੀ ਨਹੀਂ ਸਤਿਗੁਰੂ ਜੀ ਦੇ ਚਿਹਰੇ ਦੇ ਉੱਤੇ ਵੀ ਅਸੀਂ ਆਪਣਾ ਵਸਿਆ ਵਸਾਇਆ ਆਨੰਦਪੁਰ ਸਾਹਿਬ ਛੱਡਿਆ। ਕੋਈ ਮਹਾਰਾਜ ਜੀ ਦੇ ਉਦਾਸੀ ਨਹੀਂ। ਸਤਿਗੁਰੂ ਜੀ ਐਨ ਪੂਰੇ ਨੂਰ ਦੇ ਵਿੱਚ, ਗਰੂਰ ਦੇ ਵਿੱਚ ਵੀਰ ਰਸ ਚੜਿਆ ਹੋਇਆ ਚਿਹਰੇ ਤੇ ਮਹਾਰਾਜ ਜੀ ਬਚਨ ਕਹਿਣ ਲੱਗੇ, ਸਿੰਘੋ ਅੰਮ੍ਰਿਤ ਵੇਲਾ ਹੋ ਗਿਆ ਹੈ ਤੇ ਇੱਥੇ ਹੁਣ ਸਾਨੂੰ ਨਿਤਨੇਮ ਕਰਨਾ ਚਾਹੀਦਾ। ਸਾਰੇ ਸਿੰਘ ਸਤਿਗੁਰੂ ਜੀ ਦੇ ਚਿਹਰੇ ਵੱਲ ਨੂੰ ਵੇਖਦੇ ਆ ਬੜੇ ਹੈਰਾਨ ਹੋ ਕਰਕੇ। ਕਹਿੰਦੇ ਮਹਾਰਾਜ ਜੀ ਪਿੱਛੇ ਸਾਰੀਆਂ ਮੁਗਲ ਫੌਜਾਂ ਚੜੀਆਂ ਪਈਆਂ ਨੇ ਤੇ ਪਹਾੜੀਏ ਚੜੇ ਪਏ ਨੇ, ਜੰਗ ਪਿੱਛੇ ਭਿਆਨਕ ਮਚ ਰਿਹਾ ਹੈ। ਬਾਬਾ ਉਦੈ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਜੰਗ ਲੜ ਰਹੇ ਨੇ ਤੇ ਤੁਸੀਂ ਇੱਥੇ ਨਿਤਨੇਮ ਦੀ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਬੰਦਗੀ ਅਸੀਂ ਕਰਨੀ ਹੈ, ਪਰਮੇਸ਼ਰ ਦਾ ਨਾਮ ਜ਼ਰੂਰ ਜਪਣਾ ਆ, ਭਾਵੇਂ ਜੰਗ ਲੱਗਾ, ਭਾਵੇਂ ਜੋ ਮਰਜ਼ੀ ਹੈ। ਸਾਧ ਸੰਗਤ ਜੀ ਪਿੱਛੇ ਭਿਆਨਕ ਜੰਗ ਚੱਲ ਰਿਹਾ ਤੇ ਅੱਗੇ ਜਿਹੜੀ ਸਰਸਾ ਹੈ ਨਾ,
ਉਹ ਸਰਸਾ ਅੱਗੇ ਸਾਧ ਸੰਗਤ ਜੀ ਕਦੇ ਨਹੀਂ ਸੀ ਚੜੀ, ਕਹਿੰਦੇ ਇੰਨੀ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਜਿਹੜੀ ਸਰਸਾ ਹੈ ਨਾ, ਸਰਸਾ ਇੱਕ ਛੋਟੀ ਚੋਈ ਹੈ, ਇੱਕ ਛੋਟੀ ਨਦੀ ਕਹਿ ਲਈਏ, ਉਹ ਅੱਗੇ ਕਦੇ ਉਹਦੇ ਵਿੱਚ ਇੰਨਾ ਪਾਣੀ ਨਹੀਂ ਚੜਿਆ। ਪਰ ਇਹ ਸਮਾਂ ਐਸਾ ਬਣਿਆ, ਕੌਤਕ ਮਹਾਰਾਜ ਜੀ ਨੇ ਐਸਾ ਵਰਤਾਉਣਾ ਸੀ ਵੀ ਉਸ ਦਿਨ ਸਰਸਾ ਵੀ ਐਨ ਪੂਰੇ ਆਪਣੇ ਗਰੂਰ ਦੇ ਉੱਤੇ ਚੜੀ ਹੋਈ ਐ, ਐਨ ਪੂਰੇ ਨੱਕੋ ਨੱਕ ਪਾਣੀ ਸਰਸਾ ਦੇ ਵਿੱਚ ਚੱਲ ਰਿਹਾ। ਤੇ ਜਦੋਂ ਮਹਾਰਾਜ ਜੀ ਕੰਢੇ ਦੇ ਉੱਤੇ ਪਹੁੰਚੇ ਤੇ ਇਹਨੇ ਅੱਗੇ ਨਾਲੋਂ ਹੋਰ ਆਪਣਾ ਪਾਣੀ ਵਧਾ ਲਿਆ, ਹੋਰ ਅੱਗੇ ਨਾਲੋਂ ਜ਼ਿਆਦਾ ਤੇਜ਼ ਵਗਣ ਲੱਗੀ। ਅੱਗੇ ਸਾਧ ਸੰਗਤ ਜੀ ਸਰਸਾ ਦਾ ਪਾਣੀ ਵਗ ਰਿਹਾ, ਉਸ ਪਾਣੀ ਦੀ ਆਵਾਜ਼ ਆ ਰਹੀ ਹੈ ਬੜੀ, ਤੇ ਪਿੱਛੇ ਢਾਲਾਂ ਤੇਗੇ ਖੜਕ ਰਹੇ ਜੰਗ ਦੇ ਵਿੱਚ। ਮਹਾਰਾਜ ਜੀ ਕਹਿਣ ਲੱਗੇ, ਖਾਲਸਾ ਜੀ ਸਾਨੂੰ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਵਾਓ। ਇਹ ਬਚਨ ਸਾਧ ਸੰਗਤ ਜੀ ਕਿਸੇ ਗ੍ਰੰਥ ਦੇ ਵਿੱਚ ਨਹੀਂ ਲਿਖਿਆ, ਗੋਹਜ ਕਥਾ ਗ੍ਰੰਥ ਹੈ, ਸ੍ਰੀ ਹਜੂਰ ਸਾਹਿਬ ਦੇ ਵਿੱਚ ਉਹ ਗ੍ਰੰਥ ਪਿਆ। ਉਸ ਗ੍ਰੰਥ ਦੇ ਕਿਸੇ ਵਿਰਲੇ ਸਿੱਖ ਨੇ ਦਰਸ਼ਨ ਕੀਤੇ। ਉਸ ਗੋਹਜ ਗ੍ਰੰਥ ਦੇ ਵਿੱਚ ਸਾਧ ਸੰਗਤ ਜੀ ਇਹ ਵਾਰਤਾ ਲਿਖੀ ਹੈ ਕਿ ਮਹਾਰਾਜ ਜੀ ਨੇ ਉਸ ਸਰਸਾ ਦੇ ਕੰਢੇ ਉੱਤੇ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਰਬਾਬੀ ਸਿੰਘਾਂ ਦੇ ਕੋਲੋਂ, ਰਬਾਬਾਂ ਦੇ ਨਾਲ, ਸਰੰਗੀਆਂ ਦੇ ਨਾਲ, ਉੱਥੇ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਜਿਹੜਾ ਸਰਵਣ ਕਰਨਾ ਆਰੰਭ ਕੀਤਾ। ਮਹਾਰਾਜ ਜੀ ਨੇ ਕਿਹਾ ਕਿ ਸਾਰੇ ਸਿੰਘ ਜਿੰਨੇ ਬੈਠ ਸਕਦੇ ਇੱਥੇ ਬੈਠ ਜਾਓ ਕੰਢੇ ਉੱਤੇ, ਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰੋ, ਤੇ ਬਾਕੀ ਜਿਹੜੇ ਸਿੰਘ ਲੜਦੇ ਆ ਉਹ ਲੜੀ ਚੱਲੋ, ਤੇ ਫੌਜਾਂ ਨੂੰ, ਦੁਸ਼ਮਣਾਂ ਨੂੰ ਰੋਕ ਕਰਕੇ ਰੱਖੋ। ਜਿੰਨਾ ਚਿਰ ਸਾਧ ਸੰਗਤ ਜੀ ਆਸਾ ਦੀ ਵਾਰ ਦਾ ਕੀਰਤਨ ਚੱਲਦਾ ਰਿਹਾ, ਉਹਨਾਂ ਚਿਰ ਬਾਬਾ ਉਦੈ ਸਿੰਘ ਤੇ ਭਾਈ ਜੀਵਨ ਸਿੰਘ ਨੇ ਫੌਜਾਂ ਨੂੰ ਥੰਮ ਰੱਖਿਆ। ਇੱਕ ਵੀ ਸਿਪਾਹੀ ਮਹਾਰਾਜ ਦੇ ਕੋਲ ਨਾ ਪਹੁੰਚਣ ਦਿੱਤਾ। ਸਤਿਗੁਰੂ ਜੀ ਨੇ ਚੌਂਕੜਾ ਲਾਇਆ ਹੈ, ਨੇਤਰ ਆਪਣੇ ਮਹਾਰਾਜ ਜੀ ਨੇ ਬੰਦ ਕੀਤੇ ਐ, ਬੜੇ ਪ੍ਰੇਮ ਦੇ ਨਾਲ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜ ਕਰਕੇ ਬੈਠੇ ਐ। ਦੱਸੋ ਸਾਧ ਸੰਗਤ ਜੀ, ਕਿਹੜਾ ਅਵਤਾਰ, ਕਿਹੜਾ ਰਿਸ਼ੀ, ਕਿਹੜਾ ਐਡਾ ਸੂਰਮਾ ਹੋਵੇ ਵੀ ਐਸਾ ਭਿਆਨਕ ਜੰਗ ਚੱਲ ਰਿਹਾ ਹੋਵੇ, ਉਤੋਂ ਅੱਧੀ ਰਾਤ ਹੋਵੇ ਤੇ ਪਰਮੇਸ਼ਰ ਦਾ ਨਾਮ ਚੇਤੇ ਕਰੇ। ਏਕੋ ਇੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ। ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਸਾਧ ਸੰਗਤ ਜੀ ਇਹ ਸਿੱਖਿਆ ਦਿੱਤੀ ਹੈ ਕਿ ਭਾਵੇਂ ਜਿੰਨਾ ਮਰਜ਼ੀ ਭਿਆਨਕ ਸਮਾਂ ਹੋਵੇ, ਜੋ ਮਰਜ਼ੀ ਤੁਹਾਡੇ ਸਿਰ ਤੇ ਔਕੜ ਆਣ ਪਈ ਹੋਵੇ, ਜੋ ਮਰਜ਼ੀ ਮੁਸੀਬਤ ਹੋਵੇ, ਪਰ ਸਿੱਖ ਕਦੇ ਪਰਮੇਸ਼ਰ ਦੀ ਬੰਦਗੀ ਕਰਨਾ, ਪਰਮੇਸ਼ਰ ਦਾ ਨਾਮ ਜਪਣਾ, ਆਪਣਾ ਨਿਤਨੇਮ ਕਰਨਾ ਇਹ ਨਾ ਛੱਡੀ। ਭਾਵੇਂ ਜਿੱਡਾ ਮਰਜ਼ੀ, ਇਹ ਤੋਂ ਔਖਾ ਤਾਂ ਨਹੀਂ ਸਮਾਂ ਸਾਧ ਸੰਗਤ ਜੀ ਆ ਸਕਦਾ ਜਿੰਨਾ ਕਲਗੀਧਰ ਪਾਤਸ਼ਾਹ ਜੀ ਦੇ ਸਿਰ ਤੇ ਔਖਾ ਸਮਾਂ ਜੰਗ ਚੱਲ ਰਿਹਾ। ਅੱਧੀ ਰਾਤ ਹੈ, ਸਿਆਲ ਦਾ ਸਮਾਂ, ਧੁੰਦ ਪਈ ਹੈ, ਫੌਜਾਂ ਉੱਤੇ ਚੜੀਆਂ, ਦੁਸ਼ਮਣ ਸਿਰ ਤੇ ਖੜਾ ਹੈ, ਤੇ ਮਹਾਰਾਜ ਜੀ ਕਹਿਣ ਅਸੀਂ ਨਿਤਨੇਮ ਕਰਨਾ। ਅੱਲਾ ਯਾਰ ਖਾਂ ਯੋਗੀ ਨੇ ਇਹਨੂੰ ਸਾਧ ਸੰਗਤ ਜੀ ਨਾ ਸਤਰਾਂ ਨੂੰ ਆਪਣੀ ਕਲਮਾਂ ਦੇ ਵਿੱਚ ਬੰਦ ਕੀਤਾ। ਉਹ ਲਿਖਦੇ ਐ, ਜਬ ਜੀ ਕਾ ਜਾਪ ਇਸ ਗੜੀ ਕਰਨਾ ਜ਼ਰੂਰ ਥਾ, ਕਿ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ, ਜਾਪ ਸਾਹਿਬ ਦਾ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਇੱਥੇ ਕਰਨਾ ਮਹਾਰਾਜ ਜੀ ਨੇ ਜ਼ਰੂਰ ਥਾ। ਸਤਿਗੁਰੂ ਜੀ ਨੇ ਇੱਥੇ ਜ਼ਰੂਰੀ ਆਪਣਾ ਨਿਤਨੇਮ ਕਰਨਾ ਸੀ। ਸਤਿਗੁਰੂ ਜੀ ਨੇ ਉੱਥੇ ਹੁਕਮ ਕਰਕੇ ਸਿੰਘਾਂ ਨੂੰ, ਸਾਧ ਸੰਗਤ ਜੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਉਨਾਂ ਚਿਰ ਉਧਰ ਬਾਬਾ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਹੋ ਚੁੱਕੀ ਹੈ। ਸਤਿਗੁਰੂ ਜੀ ਨੇ ਸਰਸਾ ਨੂੰ ਪਾਰ ਕਰਨ ਦਾ ਸਿੰਘਾਂ ਨੂੰ ਹੁਕਮ ਕੀਤਾ ਹੈ। ਸਾਰਾ ਪਰਿਵਾਰ ਨਾਲ ਹੈ। ਸਰਸਾ ਨੂੰ ਜਦੋਂ ਪਾਰ ਕਰਨ ਲੱਗੇ, ਉਸ ਚੰਦਰੀ ਸਰਸਾ ਨੇ ਸਾਧ ਸੰਗਤ ਜੀ ਐਸਾ ਕਹਿਰ ਕਮਾਇਆ, ਉਹ ਦਿਨ ਹਜੇ ਤੱਕ ਖਾਲਸੇ ਨੂੰ ਨਹੀਂ ਭੁੱਲਦਾ। ਉਸ ਸਰਸਾ ਦੇ ਕੋਲ ਜਾ ਕਰਕੇ ਸਿੰਘ ਸਾਧ ਸੰਗਤ ਜੀ ਉਹਨੂੰ ਤਾਨੇ ਮਿਹਣੇ ਦਿੰਦੇ ਐ ਕਿ ਉਦਣ ਤੈਨੂੰ ਕੀ ਲੋੜ ਸੀ ਚੜ੍ਹਨ ਦੀ। ਸਾਧ ਸੰਗਤ ਜੀ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਚੱਲਣ ਦਾ ਹੁਕਮ ਕੀਤਾ। ਘੋੜਿਆਂ ਦੇ ਉੱਤੇ ਸੱਜ ਕਰਕੇ ਸਰਸਾ ਨੂੰ ਸਤਿਗੁਰੂ ਜੀ ਪਾਰ ਹੋਏ ਹਨ। ਸਰਸਾ ਦਾ ਵਹਾਅ ਇਤਨਾ ਤੇਜ਼ ਹੈ ਪਾਣੀ ਦਾ, ਕਿੰਨੇ ਸਿੰਘ ਸਰਸਾ ਦੇ ਵਿੱਚ ਰੁੜ ਗਏ, ਕਿੰਨਾ ਖਜ਼ਾਨਾ ਮਹਾਰਾਜ ਜੀ ਦਾ ਸਰਸਾ ਦੇ ਵਿੱਚ ਰੁੜ ਗਿਆ। ਇੱਕ ਵਿਦਿਆ ਸਾਗਰ ਗ੍ਰੰਥ ਵਿਦਿਆ ਸਾਰ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹਿ ਕੇ ਲਿਖਿਆ ਸੀ, ਜਿਹਦਾ ਭਾਰ ਸਾਧ ਸੰਗਤ ਜੀ 50 ਮਣ ਸੀ। 50 ਮਣ ਦਾ ਗ੍ਰੰਥ, 50 ਮਣ ਦਾ ਗ੍ਰੰਥ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਕਵੀਆਂ ਤੋਂ ਲਿਖਾਇਆ ਹੋਇਆ ਸੀ। ਉਹ ਸਾਰਾ ਹੀ ਖਜ਼ਾਨਾ ਸਰਸਾ ਦੇ ਵਿੱਚ ਰੁੜ ਗਿਆ।
ਕਿੰਨੇ ਹੀ ਸਿੰਘ ਸਰਸਾ ਦੇ ਵਿੱਚ ਰੁੜ ਗਏ। ਇਧਰ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ, ਇਹ ਸਾਧ ਸੰਗਤ ਜੀ ਸਰਸਾ ਨੂੰ ਪਾਰ ਨਾ ਕਰ ਸਕੇ। ਪਾਣੀ ਦਾ ਵਹਾਅ ਬੜਾ ਤੇਜ਼ ਸੀ ਤੇ ਮਾਤਾ ਜੀ ਛੋਟੇ ਲਾਲਾ ਨੂੰ ਲੈ ਕਰਕੇ ਇੱਕ ਖੱਚਰ ਮੋਹਰਾਂ ਦੀ ਭਰੀ ਹੋਈ ਉਹ ਨਾਲ ਤੋਰ ਕਰਕੇ ਮਾਤਾ ਜੀ ਸਰਸਾ ਦੇ ਕੰਢੇ ਕੰਢੇ ਤੁਰ ਪਏ ਹਨ। ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਰਵਣ ਕਰੀਏ। ਸਾਧ ਸੰਗਤ ਜੀ, ਮਹਾਰਾਜ ਜੀ ਉਸ ਵੇਲੇ ਸਰਸਾ ਨੂੰ ਪਾਰ ਕਰਕੇ ਜਦੋਂ ਪਾਰ ਗਏ ਹਨ, ਆਪਣੀਆਂ ਮਹਿਲਾਂ ਨੂੰ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ। ਭਾਈ ਮਨੀ ਸਿੰਘ ਜੀ ਨੂੰ ਨਾਲ ਤੇ ਇੱਕ ਸਿੰਘ ਹੋਰ ਦੇ ਕਰਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਸਾਡੇ ਮਹਿਲਾਂ ਨੂੰ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਆਪਣੇ ਨਾਲ ਦਿੱਲੀ ਵਿਖੇ ਲੈ ਜਾਵੋ। ਸਾਧ ਸੰਗਤ ਜੀ, ਭਾਈ ਮਨੀ ਸਿੰਘ ਜੀ ਔਰ ਇੱਕ ਸਿੰਘ ਨਾਲ ਇੱਕ ਰਾਤ ਰੋਪੜ ਰੁਕ ਕਰਕੇ ਫਿਰ ਦਿੱਲੀ ਨੂੰ ਮਾਤਾਵਾਂ ਨੂੰ ਲੈ ਗਏ। ਬਾਅਦ ਵਿੱਚ ਮਾਤਾ ਜੀ ਜਦੋਂ ਦਮਦਮਾ ਸਾਹਿਬ ਸਤਿਗੁਰੂ ਜੀ ਪਹੁੰਚ ਚੁੱਕੇ ਸਨ, ਉਦੋਂ ਆ ਕੇ ਮਹਾਰਾਜ ਜੀ ਨੂੰ ਮਿਲੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਫਿਰ ਸਰਸਾ ਦੇ ਕੰਢੇ ਤੋਂ ਜੰਗ ਮਹਾਰਾਜ ਜੀ ਨੇ ਆਰੰਭ ਕੀਤਾ। 20 ਕੋਹ ਤੱਕ ਸਤਿਗੁਰੂ ਜੀ ਜੰਗ ਕਰਦੇ ਗਏ। ਜਦੋਂ ਸਤਿਗੁਰੂ ਜੀ ਨੇ ਇਹ 5-6 ਪੋਹ ਦੀ ਰਾਤ ਨੂੰ ਕਿਲਾ ਛੱਡਿਆ, 7 ਪੋਹ ਦਾ ਸਾਰਾ ਦਿਨ ਮਹਾਰਾਜ ਜੀ ਨੇ ਸਾਧ ਸੰਗਤ ਜੀ ਜੰਗ ਕਰਦਿਆਂ ਬਤੀਤ ਕੀਤਾ। ਗਰੀਬ ਨਵਾਜ ਜੀ ਅੱਗੇ ਜਾ ਕੇ ਨਿਹੰਗ ਖਾਂ ਦੇ ਭੱਠੇ ਤੇ ਪਹੁੰਚੇ ਐ। ਮਹਾਰਾਜ ਜੀ ਨੇ ਉੱਥੇ ਆਖਿਆ ਕਿ ਹੁਣ ਰਹਿ ਰਾਸ ਦਾ ਸਮਾਂ ਹੋ ਗਿਆ। ਉੱਥੇ ਨਿਹੰਗ ਖਾਂ ਦੇ ਭੱਠੇ ਦੇ ਉੱਤੇ ਸਾਧ ਸੰਗਤ ਜੀ ਇੱਕ ਉਹਨਾਂ ਦੇ ਨੌਕਰ ਸਨ, ਸੇਵਕ ਸਨ ਨਿਹੰਗ ਖਾਂ ਦੇ। ਨਿਹੰਗ ਖਾਂ ਤਾਂ ਮਹਾਰਾਜ ਜੀ ਦੇ ਦਰ ਘਰ ਦਾ ਸੇਵਕ ਸੀ। ਅੱਗੇ ਵੀ ਸਤਿਗੁਰੂ ਜੀ ਕਿੰਨੀ ਵਾਰ ਇਹਦੇ ਕੋਲ ਜਾ ਆਏ ਸਨ। ਤੋ ਇਹ ਸੇਵਕਾਂ ਨੂੰ ਮਹਾਰਾਜ ਜੀ ਪੁੱਛਣ ਲੱਗੇ ਕਿ ਅਸੀਂ ਇੱਥੇ 5 ਇਸ਼ਨਾਨਾ ਕਰਨਾ ਹੈ, ਆਪਣਾ ਨਿਤਨੇਮ ਕਰਨਾ ਹੈ, ਸਾਨੂੰ ਕੋਈ ਜਗ੍ਹਾ ਦਿਓ ਬੈਠਣ ਵਾਸਤੇ। ਸਾਧ ਸੰਗਤ ਜੀ ਇਹ ਸੇਵਕ ਕਹਿਣ ਲੱਗੇ ਦੇ ਨਿਹੰਗ ਖਾਂ ਦੇ ਨੌਕਰ, ਕਹਿੰਦੇ ਤੁਸੀਂ 20 ਕੋਹ ਤੋਂ ਜੰਗ ਕਰਦੇ ਆਏ ਹੋ, ਕਿੰਨੇ ਤੁਸੀਂ ਹਜ਼ਾਰਾਂ ਦੁਸ਼ਮਣ ਮਾਰ ਸੁੱਟੇ ਐ ਰਾਹ ਦੇ ਵਿੱਚ, ਤੇ ਹੁਣ ਇੱਥੇ ਆ ਕੇ ਸਾਡੇ ਕੋਲੋਂ ਜਗ੍ਹਾ ਮੰਗ ਰਹੇ ਜੇ। ਸਾਡੇ ਕੋਲ ਕੋਈ ਜਗ੍ਹਾ ਨਹੀਂ, ਆ ਤਪਦਾ ਭੱਠਾ, ਇੱਥੇ ਬਹਿਣਾ ਤਾਂ ਬਹਿ ਜਾਵੋ। ਸਤਿਗੁਰੂ ਜੀ ਨੀਲੇ ਨੂੰ ਕਹਿਣ ਲੱਗੇ ਕਿ ਨੀਲਿਆ, ਜੇ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਤਪਦੇ ਹੋਏ ਹਿਰਦਿਆਂ ਨੂੰ ਠੰਡੇ ਕਰ ਸਕਦੇ ਹਾਂ ਤਾਂ ਇਹ ਭੱਠਾ ਸਾਡੇ ਵਾਸਤੇ ਕਿਹੜੀ ਗੱਲ ਹੈ। ਚੱਲ ਨੀਲਿਆ, ਭੱਠੇ ਦੇ ਉੱਤੇ ਬਹਿ ਜਾਨੇ। ਮਹਾਰਾਜ ਨੇ ਨੀਲੇ ਨੂੰ ਸਾਧ ਸੰਗਤ ਜੀ ਪ੍ਰੇਰਿਤ ਕੀਤਾ। ਨੀਲਾ ਘੋੜਾ ਮਹਾਰਾਜ ਦਾ ਜਾ ਕੇ ਜਦੋਂ ਪੌੜ ਰੱਖਿਆ ਆ ਭੱਠੇ ਦੇ ਉੱਤੇ, ਉਦੋਂ ਸਾਰਾ ਭੱਠਾ ਸਾਧ ਸੰਗਤ ਜੀ ਠੰਡਾ ਠਾਰ ਹੋ ਗਿਆ। ਮਹਾਰਾਜ ਜੀ ਨੀਲੇ ਤੋਂ ਉਤਰ ਕਰਕੇ ਸਤਿਗੁਰੂ ਜੀ ਨੇ ਕੇਸਾ ਦੇ ਵਿੱਚ ਕੰਘਾ ਕੀਤਾ। ਮਹਾਰਾਜ ਨੇ ਦਮਾਲਾ ਸਜਾਇਆ ਤੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਇਹਨਾਂ ਨੂੰ ਜਿਹੜਾ ਨਿਹੰਗ ਖਾਂ ਉਹ ਵੀ ਚੱਲ ਕੇ ਆ ਗਿਆ, ਮਹਾਰਾਜ ਤੋਂ ਮਾਫੀ ਮੰਗੀ। ਸਤਿਗੁਰੂ ਜੀ ਮੇਰੇ ਸੇਵਕਾਂ ਨੇ ਤੁਹਾਨੂੰ ਏਦਾਂ ਕਿਹਾ, ਕਿਰਪਾ ਕਰੋ ਮਾਫੀ ਬਖਸ਼ ਦਿਓ। ਗਰੀਬ ਨਵਾਜ ਜੀ ਨੂੰ ਸਾਧ ਸੰਗਤ ਜੀ ਬੇਨਤੀ ਕਰਕੇ ਨਿਹੰਗ ਖਾਂ ਆਪਣੇ ਹਵੇਲੀ ਦੇ ਵਿੱਚ ਲੈ ਗਿਆ ਹੈ। ਹਵੇਲੀ ਦੇ ਵਿੱਚ ਜਦੋਂ ਜਾ ਕੇ ਸਤਿਗੁਰੂ ਜੀ ਪਹੁੰਚੇ, ਇਹਨਾਂ ਨੂੰ ਬਾਬਾ ਬਚਿੱਤਰ ਸਿੰਘ ਜੀ, ਜਿਨ੍ਹਾਂ ਨੂੰ ਸਾਧ ਸੰਗਤ ਜੀ ਜੰਗ ਦੇ ਵਿੱਚ ਬੜੇ ਫੱਟ ਲੱਗੇ ਸਨ, ਇਹ ਵੀ ਉੱਥੇ ਪਹੁੰਚ ਗਿਆ। ਮਹਾਰਾਜ ਜੀ ਨੇ ਸਿੰਘਾਂ ਨੂੰ ਕਹਿ ਕਰਕੇ ਬਾਬਾ ਬਚਿੱਤਰ ਸਿੰਘ ਜੀ ਨੂੰ ਇੱਕ ਅੰਦਰ ਕਮਰੇ ਦੇ ਵਿੱਚ ਲਿਟਾ ਦਿੱਤਾ। ਆਪ ਸਤਿਗੁਰੂ ਜੀ ਨੇ ਨਿਹੰਗ ਖਾਂ ਨੂੰ ਆਖਿਆ ਕਿ ਫੌਜਾਂ ਸਾਡੇ ਮਗਰ ਹਨ, ਅਸੀਂ ਹੁਣ ਚਾਲਾਂ ਮਾਰਦੇ ਹਾਂ, ਇਹ ਨਾ ਹੋਵੇ ਕਿ ਜਿਹੜੇ ਮੁਸਲਮਾਨ ਹੈ ਤੁਹਾਨੂੰ ਤੰਗ ਕਰਨ। ਇਹ ਕਹਿ ਕਰਕੇ ਮਹਾਰਾਜ ਜੀ ਉੱਥੇ ਭਾਈ ਬਚਿੱਤਰ ਸਿੰਘ ਜੀ ਨੂੰ ਛੱਡ ਦਿੱਤਾ। ਆਪ ਸਤਿਗੁਰੂ ਜੀ ਅੱਗੇ ਚੱਲ ਪਏ ਐ। ਇੱਧਰ ਮੁਸਲਮਾਨ ਫੌਜਾਂ, ਇੱਕ ਕਸਬਾ ਸਾਧ ਸੰਗਤ ਜੀ, ਇੱਕ ਜਥਾ ਇਹਨਾਂ ਮੁਸਲਮਾਨਾਂ ਦਾ ਸਤਿਗੁਰੂ ਜੀ ਭਾਲ ਕਰਦਾ, ਮਹਾਰਾਜ ਜੀ ਦੀ ਖੋਜ ਕਰਦਾ ਹੋਇਆ ਨਿਹੰਗ ਖਾਂ ਦੀ ਹਵੇਲੀ ਵਿਖੇ ਪਹੁੰਚਿਆ ਹੈ। ਨਿਹੰਗ ਖਾਂ ਨੂੰ ਪੁੱਛਦਿਆ ਕਿ ਇੱਥੇ ਮਹਾਰਾਜ ਜੀ ਆਏ ਕਲਗੀਧਰ ਪਾਤਸ਼ਾਹ। ਨਿਹੰਗ ਖਾਂ ਕਹਿਣ ਲੱਗਾ ਕਿ ਇੱਥੇ ਤਾਂ ਨਹੀਂ ਮਹਾਰਾਜ ਆਏ, ਇਹ ਸਾਧ ਸੰਗਤ ਜੀ ਤਲਾਸ਼ੀ ਲੈਣ ਲੱਗੇ ਐ। ਜਿੱਥੇ ਭਾਈ ਬਚਿੱਤਰ ਸਿੰਘ ਜੀ ਅੰਦਰ ਪਏ ਹਨ, ਫੱਟ ਬੜੇ ਲੱਗੇ ਡੂੰਘੇ, ਉੱਥੇ ਨਿਹੰਗ ਖਾਂ ਦੀ ਜਿਹੜੀ ਇੱਕ ਸੁਪੁੱਤਰੀ ਬੇਟੀ ਦੀ, ਉਹ ਬਾਬਾ ਬਚਿੱਤਰ ਸਿੰਘ ਜੀ ਦੇ ਕੋਲ ਅੰਦਰ ਇਹ ਕੁੰਡਾ ਖੋਲਣ ਲੱਗੇ ਐ ਸਿਪਾਹੀ। ਨਿਹੰਗ ਖਾਂ ਨੇ ਕਿਹਾ ਕਿ ਇੱਥੇ ਨਾ ਜਾਵੋ, ਇੱਥੇ ਮੇਰੀ ਬੇਟੀ ਤੇ ਮੇਰਾ ਜਵਾਈ ਹੈ ਅੰਦਰ। ਇੰਨੀ ਗੱਲ ਕਹਿਣ ਤੋਂ ਸਾਧ ਸੰਗਤ ਜੀ ਮੁਸਲੇ ਪਿੱਛੇ ਨੂੰ ਮੁੜ ਗਏ ਆ। ਕਹਿੰਦੇ ਠੀਕ ਹੈ, ਫਿਰ ਨਹੀਂ ਅਸੀਂ ਤੰਗ ਕਰਨਾ। ਉਸ ਵੇਲੇ ਅੰਦਰ ਨਿਹੰਗ ਖਾਂ ਦੀ ਸੁਪੁੱਤਰੀ ਨੇ ਬਚਨ ਸੁਣਿਆ
ਕਿ ਮੇਰੇ ਪਿਤਾ ਨੇ ਇਹ ਕਹਿ ਦਿੱਤਾ ਕਿ ਅੰਦਰ ਮੇਰੇ ਜਵਾਈ ਹੈ ਤੇ ਮੇਰੀ ਬੇਟੀ ਹੈ। ਇਸ ਗੱਲ ਨੂੰ ਸੁਣ ਕਰਕੇ ਸਾਧ ਸੰਗਤ ਜੀ ਉੱਥੇ ਉਹਨਾਂ ਨੇ ਸਿਰ ਰੱਖ ਦਿੱਤਾ ਉਹਦੀ ਪੁੱਤਰੀ ਨੇ, ਤੇ ਬਾਬਾ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਲਿਆ। ਇੰਨੇ ਚਿਰ ਨੂੰ ਬਾਬਾ ਬਚਿੱਤਰ ਸਿੰਘ ਜੀ ਬਹੁਤੇ ਫੱਟ ਲੱਗਣ ਕਰਕੇ ਸਾਧ ਸੰਗਤ ਜੀ ਸ਼ਹੀਦੀ ਪਾ ਕੇ ਉੱਥੇ ਸੱਚਖੰਡ ਨੂੰ ਚਾਲਾ ਮਾਰ ਦਿੱਤਾ। ਇਸ ਸਾਧ ਸੰਗਤ ਜੀ ਬੀਬੀ ਨੇ ਜਿੰਨੀ ਉਮਰ ਕੱਟੀ, ਫਿਰ ਮੁੜ ਕੇ ਬੀਬੀ ਮੁਮਤਾਜ ਇਹਨਾਂ ਦਾ ਨਾਂ ਆਉਂਦਾ ਹੈ ਇਤਿਹਾਸ ਦੇ ਅੰਦਰ। ਬੀਬੀ ਮੁਮਤਾਜ ਨੇ ਫਿਰ ਜਿੰਨੀ ਉਮਰ ਕੱਟੀ, ਇਹ ਜਿਹੜਾ ਪੱਕਾ ਇਰਾਦਾ ਮਨ ਦੇ ਵਿੱਚ ਰੱਖਿਆ ਕਿ ਮੇਰੇ ਜਿਹੜੇ ਪਤੀ ਆ ਬਾਬਾ ਬਚਿੱਤਰ ਸਿੰਘ ਜੀ ਹਨ। ਕਿੰਨੀ ਲੰਮੀ ਉਮਰ ਸਾਧ ਸੰਗਤ ਜਿਨ੍ਹਾਂ ਨੇ ਬਤੀਤ ਕੀਤੀ। ਇਹਨਾਂ ਦੀ ਯਾਦ ਦੇ ਵਿੱਚ ਇੱਕ ਸਥਾਨ ਵੀ ਬੜਾ ਸੋਹਣਾ ਬਣਿਆ ਹੋਇਆ, ਬੜਾ ਸ਼ਾਂਤਮਈ ਸਥਾਨ ਹੈ ਜਿੱਥੇ ਰਹਿ ਕੇ ਇਹਨਾਂ ਨੇ ਫਿਰ ਆਪਣਾ ਜੀਵਨ ਗੁਜ਼ਾਰਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਸਾਧ ਸੰਗਤ ਜੀ ਚੱਲਦੇ ਅੱਗੇ ਨਗਰਾਂ ਦੇ ਵਿੱਚੋਂ ਲੰਘਦੇ ਹੋਏ ਜਦੋਂ ਮਹਾਰਾਜ ਚਮਕੌਰ ਦੀ ਗੜ੍ਹੀ ਦੇ ਲਾਗੇ ਪਹੁੰਚੇ ਹਨ, ਇੱਥੇ ਗਰੀਬ ਨਵਾਜ ਜੀ ਨੂੰ ਇੱਕ ਸਿੱਖ ਨੇ, ਅੱਗੇ ਉਹ ਦਿੱਲੀ ਦਾ ਸਿੱਖ ਸੀ, ਉਹਨੇ ਪ੍ਰੇਮ ਦੇ ਨਾਲ ਆ ਕਰਕੇ ਮਹਾਰਾਜ ਜੀ ਨੂੰ ਖਬਰ ਦਿੱਤੀ ਕਿ ਸਤਿਗੁਰੂ ਜੀ ਔਰੰਗਜ਼ੇਬ ਨੇ ਦਿੱਲੀ ਤੋਂ 10 ਲੱਖ ਜਿਹੜੀ ਤਾਜ਼ਾ ਦਮ ਫੌਜ ਉਹ ਆਪ ਜੀ ਦੇ ਵੱਲ ਭੇਜੀ ਹੈ, ਤੇ ਉਹ ਦੜਾ ਦੜ ਕਰਦੀ ਦਿੱਲੀ ਤੋਂ ਮਹਾਰਾਜ ਜੀ 10 ਲੱਖ ਫੌਜ ਆ ਰਹੀ ਹੈ। ਸਤਿਗੁਰੂ ਜੀ ਨੇ ਸਾਧ ਸੰਗਤ ਜੀ ਵਿਚਾਰ ਕੀਤੀ ਕਿ ਅਸੀਂ ਆਨੰਦਪੁਰ ਸਾਹਿਬ ਕਿਲੇ ਦੇ ਵਿੱਚੋਂ ਵੀ ਐਵੇਂ ਨਿਕਲ ਆਏ ਆ ਤੇ ਹੁਣ ਕਿੰਨੀ ਦੂਰ ਆ ਚੁੱਕੇ ਆ, ਤੇ ਅੱਗਿਓਂ ਔਰੰਗਜ਼ੇਬ ਨੇ ਫੇਰ 10 ਲੱਖ ਫੌਜ ਭੇਜ ਦਿੱਤੀ ਹੈ। ਮਹਾਰਾਜ ਜੀ ਨੇ ਹਿਰਦੇ 'ਚ ਵਿਚਾਰ ਕੀਤੀ ਕਿ ਇਹਨਾਂ ਨੂੰ ਇੱਕ ਵਾਰੀ ਹੱਥ ਵਿਖਾਉਣੇ ਚਾਹੀਦੇ ਆ। ਇਹਨਾਂ ਦੇ ਮਨ ਦੇ ਵਿੱਚ ਕਿਤੇ ਇਹ ਸ਼ੰਕਾ ਨਾ ਰਹਿ ਜਾਵੇ ਕਿ ਗੁਰੂ ਸਾਡੇ ਕੋਲੋਂ ਡਰ ਕੇ ਨਿਕਲ ਗਿਆ। ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਇਹਨਾਂ ਦੇ ਨਾਲ ਹੁਣ ਜੰਗ ਕਰਨਾ ਜਿਹੜਾ ਲਾਜ਼ਮੀ ਹੈ। ਤਾਂ ਮਹਾਰਾਜ ਜੀ ਚਮਕੌਰ ਸਾਹਿਬ ਦੇ ਸਾਧ ਸੰਗਤ ਜੀ ਇੱਥੇ ਗੜ੍ਹੀ ਹੈ, ਉਸ ਪਿੰਡ ਦੇ ਵਿੱਚ ਇੱਕ ਬਾਗ ਹੈ। ਸਤਿਗੁਰੂ ਜੀ ਨੇ ਉੱਥੇ ਉਤਾਰਾ ਕੀਤਾ। ਗਰੀਬ ਨਵਾਜ ਜੀ ਦੀ ਨਜ਼ਰ ਚਮਕੌਰ ਦੀ ਜਿਹੜੀ ਗੜ੍ਹੀ ਹੈ, ਇਹ ਸਾਧ ਸੰਗਤ ਜੀ 2 ਭਰਾਵਾਂ ਦੀ ਜਾਂ 3 ਭਰਾਵਾਂ ਦੀ ਵੀ ਦੱਸਦੇ ਆ ਕਿ ਸਾਂਝੀ ਹਵੇਲੀ ਸੀ, ਤੇ ਬੜੀ ਵੱਡੀ ਇਹਨਾਂ ਨੇ ਹਵੇਲੀ ਪਾਈ ਹੋਈ ਸੀ। ਮਹਾਰਾਜ ਦੀ ਨਜ਼ਰ ਪਈ ਸਤਿਗੁਰੂ ਜੀ ਦੀ। ਗਰੀਬ ਨਵਾਜ ਜੀ ਨੇ ਸਿੰਘਾਂ ਨੂੰ ਆਖਿਆ ਕਿ ਖਾਲਸਾ ਜੀ, ਆ ਜਿਹੜੀ ਗੜ੍ਹੀ ਹੈ ਇਹਨੂੰ ਅਸੀਂ ਕਿਲਾ ਬਣਾ ਲਈਏ ਤੇ ਇੱਥੇ ਦਾਖਲ ਹੋ ਕਰਕੇ ਤੇ ਮੁਸਲਮਾਨਾਂ ਨੂੰ ਜਰਾ ਕੁ ਹੱਥ ਵਿਖਾਈਏ, ਇਹਨਾਂ ਦੇ ਨਾਲ ਜੰਗ ਕਰੀਏ। ਸਿੰਘਾਂ ਨੇ ਸਾਧ ਸੰਗਤ ਜੀ ਜਾ ਕੇ ਪਤਾ ਕੀਤਾ, ਇੱਕ ਭਰਾ ਦਾ ਨਾਂ ਇਹਨਾਂ ਦੇ ਵਿੱਚੋਂ ਗਰੀਬੂ ਆਉਂਦਾ ਹੈ ਤੇ ਦੂਸਰਾ ਭਰਾ ਨਾਲ ਆਇਆ। ਮਹਾਰਾਜ ਜੀ ਨੇ ਆਖਿਆ ਕਿ ਸਾਨੂੰ ਤੁਹਾਡੀ ਹਵੇਲੀ ਚਾਹੀਦੀ ਹੈ। ਇੱਕ ਭਰਾ ਨੇ ਤਾਂ ਹਾਂ ਕਰ ਦਿੱਤੀ, ਕਹਿੰਦਾ ਮਹਾਰਾਜ ਜੀ ਸਦਕੇ ਹਵੇਲੀ ਸਾਡੀ ਲਵੋ। ਤਾਂ ਦੂਸਰਾ ਭਰਾ ਥੋੜੀਆਂ ਅੜੀਆਂ ਕਰਦਾ, ਤਾਂ ਇਹ ਗਰੀਬੂ ਕਹਿਣ ਲੱਗਾ ਕਿ ਮਹਾਰਾਜ ਜੀ ਜਿੰਨਾ ਮੇਰਾ ਹਿੱਸਾ ਤੁਸੀਂ ਉਨਾ ਹਿੱਸਾ ਲੈ ਲਵੋ। ਸਤਿਗੁਰੂ ਜੀ ਨੇ ਸਿੰਘਾਂ ਨੂੰ ਕਹਿ ਕਰਕੇ ਸਾਧ ਸੰਗਤ ਜੀ ਹਵੇਲੀ ਦੇ ਕੁੰਡੇ ਖਲਵਾ ਲਏ। ਗਰੀਬ ਨਵਾਜ ਜੀ 40 ਸਿੰਘਾਂ ਨੂੰ ਲੈ ਕਰਕੇ ਅੰਦਰ ਦਾਖਲ ਹੋ ਗਏ। 2 ਸਾਹਿਬਜ਼ਾਦੇ ਹਨ, 40 ਸਿੰਘ ਨਾਲ ਹਨ। ਮਹਾਰਾਜ ਜੀ ਚਮਕੌਰ ਦੀ ਗੜ੍ਹੀ ਦੇ ਵਿੱਚ ਦਾਖਲ ਹੋਏ ਐ। ਇਹਨਾਂ ਨੂੰ ਜਿਹੜੀ ਔਰੰਗਜ਼ੇਬ ਵੱਲੋਂ 10 ਲੱਖ ਭੇਜੀ ਹੋਈ ਫੌਜ, ਇਹ ਆਣ ਕਰਕੇ ਗੜ੍ਹੀ ਦੇ ਉੱਤੇ ਖਲੋ ਗਈ ਹੈ। ਸਾਰੀ ਫੌਜ ਨੇ 10 ਲੱਖ ਫੌਜ ਇਹ ਜਿਹੜੀ ਦਿੱਲੀ ਤੋਂ ਤਾਜ਼ਾ ਦਮ ਭੇਜੀ ਹੈ, ਤੇ 9 ਲੱਖ 10 ਲੱਖ ਫੌਜ ਜਿਹੜੀ ਪਿੱਛੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਭੇਜੀ ਸੀ, ਤੇ ਜਿਹੜੀ 2-2.5 ਲੱਖ ਪਹਾੜੀਆਂ ਦੀ ਨਾਲ ਫੌਜ ਹੈ। ਇਹ ਸਾਧ ਸੰਗਤ ਜੀ ਕੱਟ ਵੱਢ ਕਰਕੇ, ਕਿਉਂਕਿ ਜੰਗ ਵੀ ਪਿੱਛੇ ਸਰਸਾ ਦੇ ਕੰਢੇ ਤੇ ਹੋਇਆ, 9 ਲੱਖ ਫੌਜ ਇਹਨਾਂ ਦੀ ਰਹਿ ਗਈ ਮੁਸਲਮਾਨਾਂ ਦੀ, ਤੇ ਕੁਝ ਥੋੜੀ ਫੌਜ ਪਹਾੜੀਆਂ ਦੀ ਰਹਿ ਗਈ। ਇਹਨੂੰ ਮਿਲਾ ਕੇ ਸਾਧ ਸੰਗਤ ਜੀ 19-20 ਲੱਖ ਫੌਜ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਚਮਕੌਰ ਦੀ ਗੜ੍ਹੀ ਨੂੰ ਜਦੋਂ ਘੇਰਾ ਪੈ ਗਿਆ, ਮਹਾਰਾਜ ਦਾ ਪਹਿਲਾ ਸੰਧਿਆ ਦਾ ਵੇਲਾ ਸੀ। ਉਸ ਵੇਲੇ ਜਦੋਂ ਚਮਕੌਰ ਦੀ ਗੜ੍ਹੀ ਵਿੱਚ ਦਾਖਲ ਹੋਏ ਗਰੀਬ ਨਵਾਜ, ਉਸ ਵੇਲੇ ਰਾਤਰੀ ਸਾਧ ਸੰਗਤ ਜੀ ਹੋ ਗਈ ਹੈ। ਮਹਾਰਾਜ ਨੇ ਕੀ ਵੇਖਿਆ ਕਿ ਫੌਜਾਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। ਮੁਸਲਮਾਨਾਂ ਨੇ, ਪਹਾੜੀਆਂ ਨੇ ਸਿੰਘਾਂ ਨੂੰ ਕਹਿਣ ਲੱਗੇ ਕਿ ਸਿੰਘੋ ਆਪੋ ਆਪਣੇ ਪਹਿਰੇ ਵੱਖੋ ਵੱਖਰੇ ਕੋਨਿਆਂ ਦੇ ਉੱਤੇ ਲਾ ਲਵੋ। ਸਿੰਘਾਂ ਨੇ ਸਾਧ ਸੰਗਤ ਜੀ ਪਹਿਰੇ ਲਾ ਲਏ। ਤਾਂ ਮਹਾਰਾਜ ਜੀ ਆਸਣ ਲਾ ਕਰਕੇ, ਹੁਣ ਆਸਣ ਉੱਥੇ ਕਿਹੜਾ ਸੀ, ਸਿੰਘਾਂ ਨੇ ਆਪਣੇ ਕਮਰ ਕੱਸੇ ਖੋਲ ਕਰਕੇ ਮਹਾਰਾਜ ਜੀ ਦੇ ਵਾਸਤੇ ਸੋਹਣਾ ਵਿਛਾਉਣਾ ਜਿਹੜਾ ਆਸਣ ਵਿਛਾ ਦਿੱਤਾ, ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ ਤੁਸੀਂ ਇੱਥੇ ਹੁਣ ਆਰਾਮ ਕਰੋ। ਤਾਂ ਮਹਾਰਾਜ ਜੀ ਉਸ ਆਸਣ ਦੇ ਉੱਤੇ ਸੱਜੇ ਹਨ, ਪਰ ਸਤਿਗੁਰੂ ਜੀ ਤਾਂ ਸਾਧ ਸੰਗਤ ਜੀ ਅੰਦਰ ਦੀਆਂ ਜਾਣਦੇ ਹਨ। ਮਹਾਰਾਜ ਨੂੰ ਪਤਾ ਹੈ ਕਿ ਹੁਣ ਸਵੇਰੇ ਐਸਾ ਭਿਆਨਕ ਜੰਗ ਹੋਵੇਗਾ, ਜਿਹੜੇ ਸਾਡੇ ਕੋਲ ਸਿੰਘ ਹਨ 40, ਇਹਨਾਂ ਸਾਰਿਆਂ ਨੇ ਸ਼ਹੀਦ ਹੋ ਜਾਣਾ। ਮਹਾਰਾਜ ਜੀ ਕਹਿਣ ਲੱਗੇ ਕਿ ਸਿੰਘੋ ਖਾਲਸਾ ਜੀ, ਤੁਸੀਂ ਇੰਨਾ ਲੰਮਾ ਸਮਾਂ ਘੇਰਾ ਕੱਟਿਆ ਹੈ,
ਇੰਨਾ ਲੰਮਾ ਸਮਾਂ ਤੁਸੀਂ ਜੰਗ ਲੜਿਆ ਹੈ, ਇੰਨਾ ਲੰਮਾ ਸਮਾਂ ਭੁੱਖ ਕੱਟੀ ਹੈ, ਆ ਤੁਹਾਡੀ ਆਖਰੀ ਅੱਜ ਰਾਤ ਹੈ, ਸਵੇਰੇ ਤੁਸੀਂ ਜੰਗ ਦੇ ਵਿੱਚ ਸ਼ਹੀਦ ਹੋ ਜਾਣਾ, ਤੇ ਸਾਡਾ ਇਹ ਫੁਰਨਾ ਕਿ ਅੱਜ ਤੁਸੀਂ ਸਿੰਘੋ ਆਰਾਮ ਕਰੋ ਤੇ ਕਲਗੀਆਂ ਵਾਲਾ ਤੁਹਾਡਾ ਪਹਿਰਾ ਦਿੰਦਾ ਹੈ। ਸਾਧ ਸੰਗਤ ਜੀ ਸਾਰਿਆਂ ਸਿੰਘਾਂ ਨੂੰ ਕਹਿ ਕਰਕੇ ਮਹਾਰਾਜ ਨੇ ਲੰਮੇ ਪਵਾ ਦਿੱਤਾ ਆਰਾਮ ਕਰਨ ਵਾਸਤੇ, ਤੇ ਸਤਿਗੁਰੂ ਜੀ ਆਪ ਨਾਲੇ ਤੋਰਾ ਫੇਰਾ ਕਰ ਰਹੇ ਗੜੀ ਦੇ ਉੱਤੇ, ਜਾਇਜ਼ਾ ਲੈ ਰਹੇ ਸਾਰੀ ਗੜੀ ਦਾ। ਆਲੇ ਦੁਆਲੇ ਮਹਾਰਾਜ ਘੁੰਮ ਕਰਕੇ ਦੇਖ ਰਹੇ ਐ। ਜਦੋਂ ਮਹਾਰਾਜ ਜੀ ਨੇ ਗੜੀ ਦੇ ਵਿੱਚ ਦਾਖਲ ਹੋਣਾ ਸੀ ਨਾ, ਸਤਿਗੁਰੂ ਜੀ ਗੜੀ ਦੇ ਦਰਵਾਜ਼ੇ ਵਿੱਚ ਜਦੋਂ ਸੰਧਿਆ ਦੇ ਵੇਲੇ ਦਾਖਲ ਹੋਣ ਲੱਗੇ ਸੀ, ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਦੇ ਵਿੱਚ ਇੱਕ ਖੰਜਰ ਕੱਢਿਆ, ਤੇ ਖੰਜਰ ਕੱਢ ਕੇ ਜਿਹੜੀ ਕੱਚੀ ਗੜੀ ਦੀ ਕੰਧ ਸੀ ਉਹਦੇ ਵਿੱਚ ਮਹਾਰਾਜ ਜੀ ਨੇ ਖੰਜਰ ਮਾਰਿਆ। ਇੱਕ ਮਿੱਟੀ ਦਾ ਢੇਲਾ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਲਿਆ, ਤੇ ਉਹ ਮਿੱਟੀ ਦਾ ਢੇਲਾ ਐਵੇਂ ਸਤਿਗੁਰੂ ਜੀ ਨੇ ਕਰਕੇ ਭੋਰ ਕਰਕੇ ਤੇ ਉਹ ਮਿੱਟੀ ਹਵਾ ਦੇ ਵਿੱਚ ਉਡਾ ਦਿੱਤੀ। ਸਿੰਘਾਂ ਨੇ ਪੁੱਛਿਆ, ਮਹਾਰਾਜ ਜੀ ਇਹ ਕੀ ਕੌਤਕ ਹੈ? ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸ ਗੜੀ ਦੀ ਅਸੀਂ ਜਿਹੜੀ ਮਿੱਟੀ ਹੈ ਇਹਦੀ ਪਰਖ ਕਰ ਰਹੇ ਹਾਂ ਕਿ ਜਿੱਥੇ ਸਾਡੇ ਸਿੰਘਾਂ ਨੇ ਸ਼ਹੀਦ ਹੋਣਾ, ਜਿੱਥੇ ਸਾਡੇ ਸਾਹਿਬਜ਼ਾਦੇ ਨੇ ਸ਼ਹੀਦੀਆਂ ਦੇਣੀਆਂ, ਕਿ ਉਹੀ ਮਿੱਟੀ ਹੈ, ਕਿ ਮਿੱਟੀ ਇੰਨਾ ਦਮ ਰੱਖਦੀ ਹੈ ਸੂਰਮਿਆਂ ਦਾ ਖੂਨ ਝੇਲਣ ਦਾ, ਸੂਰਮਿਆਂ ਦਾ ਖੂਨ ਜਿਹੜਾ ਆਪਣੇ ਵਿੱਚ ਜਮਾ ਲੈਣ ਦਾ ਕੀ ਦਮ ਰੱਖਦੀ ਹੈ? ਮਹਾਰਾਜ ਜੀ ਕਹਿੰਦੇ ਇਹ ਅਸੀਂ ਪਰਖ ਕਰ ਰਹੇ ਹਾਂ ਮਿੱਟੀ ਦੀ। ਸਾਧ ਸੰਗਤ ਜੀ ਰਾਤ ਹੋਈ ਹੈ, ਸਿੰਘ ਆਰਾਮ ਕਰ ਰਹੇ ਹੈ। ਕਲਗੀਧਰ ਪਾਤਸ਼ਾਹ ਜੀ ਸਾਰਿਆਂ ਸਿੰਘਾਂ ਦੇ ਚਰਨਾਂ ਨੂੰ ਫੜ ਫੜ ਕਰਕੇ ਉਹਨਾਂ ਦੀ ਸੇਵਾ ਕਰਦੇ। ਮਹਾਰਾਜ ਜੀ ਪ੍ਰੇਮ ਦੇ ਵਿੱਚ, ਵਿਰਾਗ ਦੇ ਵਿੱਚ, ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਪ੍ਰੇਮ ਕਰਦਾ ਆ, ਵਿਰਾਗ ਦੇ ਨਾਲ ਪਿਆਰ ਕਰਦਾ, ਇਵੇਂ ਸਤਿਗੁਰੂ ਜੀ ਆਪਣੇ ਸਿੰਘਾਂ ਨੂੰ ਸਾਧ ਸੰਗਤ ਜੀ ਪ੍ਰੇਮ ਕਰ ਰਹੇ ਆ। ਅੰਮ੍ਰਿਤ ਵੇਲਾ ਹੋਇਆ ਆ, ਇਹਨਾਂ ਮੁਸਲਮਾਨਾਂ ਨੇ ਯਾ ਅੱਲਾ ਦੇ ਨਾਅਰੇ ਲਾਣੇ ਸ਼ੁਰੂ ਕੀਤੇ, ਤੇ ਗੜੀ ਵੱਲ ਨੂੰ ਵਧਣ ਵਾਸਤੇ ਸ਼ੁਰੂ ਹੋਏ। ਤੀਰ ਇਹਨਾਂ ਨੇ ਚਲਾਏ, ਤੇ ਇਧਰ ਕਲਗੀਧਰ ਪਾਤਸ਼ਾਹ ਨੇ ਵੀ ਸਿੰਘਾਂ ਨੂੰ ਹੁਕਮ ਕੀਤਾ ਕਿ ਖਾਲਸਾ ਜੀ ਤੁਸੀਂ ਹੁਣ 5-5 ਸਿੰਘਾਂ ਦੇ ਜਥੇ ਬਣਾ ਕਰਕੇ ਗੜੀ ਦੇ ਵਿੱਚੋਂ ਨਿਕਲਣਾ ਸ਼ੁਰੂ ਕਰੋ। ਉਸ ਵੇਲੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਭਾਈ ਆਲਮ ਸਿੰਘ, ਪੰਜਾਂ ਪਿਆਰਿਆਂ ਦੇ ਵਿੱਚੋਂ ਬਾਬਾ ਹਿੰਮਤ ਸਿੰਘ ਜੀ, ਬਾਬਾ ਮੋਹਕਮ ਸਿੰਘ ਜੀ, ਬਾਬਾ ਸਾਹਿਬਜ਼ਾਦਾ ਸਿੰਘ ਸਾਹਿਬ ਸਿੰਘ ਜੀ, ਇਹ ਸਤਿਗੁਰੂ ਜੀ ਦੀ ਆਗਿਆ ਲੈ ਕਰਕੇ ਸਾਧ ਸੰਗਤ ਜੀ ਵਾਰੀ-ਵਾਰੀ ਜੰਗ ਨੂੰ ਚਾਲੇ ਪਾਉਣ ਵਾਸਤੇ ਤਿਆਰ ਹੋਏ ਹਨ। ਵਾਰੀ-ਵਾਰੀ ਜਥਾ ਸਾਧ ਸੰਗਤ ਜੀ ਜਾ ਰਿਹਾ ਹੈ। ਜਿਹੜਾ ਵੀ ਜਥਾ ਜਾਂਦਾ ਹੈ, ਮਹਾਰਾਜ ਜੀ ਇੱਕ ਮੁਮਟੀ ਦੇ ਵਿੱਚ ਬੈਠੇ ਹਨ, ਉੱਤੇ ਸਤਿਗੁਰੂ ਜੀ ਨੇ ਵੀਰ ਆਸਣ ਲਾਇਆ। ਅੱਜ ਮਹਾਰਾਜ ਜੀ ਦੇ ਚਿਹਰੇ ਤੇ ਇੰਨਾ ਪ੍ਰਤਾਪ ਕਿ ਸਿੰਘਾਂ ਦੇ ਕੋਲੋਂ ਵੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਜਾ ਰਹੇ। ਸਤਿਗੁਰੂ ਜੀ ਇੰਨਾ ਨੂਰ ਚਿਹਰੇ ਦਾ ਵਧਾਇਆ ਹੋਇਆ ਮੁਖ ਦਾ। ਵੀਰ ਰਸ ਮਹਾਰਾਜ ਜੀ, ਵੀਰ ਰਸ ਦੇ ਵਿੱਚ ਸਤਿਗੁਰੂ ਜੀ ਨੇ ਨੇਤਰ ਭਿੱਜੇ ਹੋਏ ਹਨ। ਮਹਾਰਾਜ ਜੀ ਨੇ ਆਪਣੀਆਂ ਜਿਹੜੇ ਨੇਤਰਾਂ ਦੀਆਂ ਭੋਹਾਂ ਹਨ, ਇਹ ਸਤਿਗੁਰੂ ਜੀ ਨੇ ਟੇਢੀਆਂ ਕੀਤੀਆਂ। ਗਰੀਬ ਨਵਾਜ ਜੀ ਦਾ ਵੀਰ ਰਸ ਵਾਲਾ ਚਿਹਰਾ ਵੇਖ ਕੇ ਸਿੰਘਾਂ ਨੂੰ ਵੀ ਡਰ ਆ ਰਿਹਾ, ਤੇ ਮਹਾਰਾਜ ਨੂੰ ਬੇਨਤੀ ਕਰਦੇ, ਸਤਿਗੁਰੂ ਜੀ ਕਿਰਪਾ ਕਰੋ। ਗਰੀਬ ਨਵਾਜ ਜੀ ਸਿੰਘ ਸ਼ਹੀਦ ਹੋਣ ਜਾ ਰਹੇ ਹਨ। ਮਹਾਰਾਜ ਜੀ ਕਹਿੰਦੇ, ਹਾਂਜੀ ਖਾਲਸਾ ਜੀ, ਸਿੰਘ ਸਾਡੇ ਸ਼ਹੀਦ ਹੋਣ ਜਾ ਰਹੇ ਹੈ। ਇਹ ਜਿੰਨੀ 10 ਲੱਖ ਇਹਨਾਂ ਨੇ ਫੌਜ ਭੇਜੀ ਹੈ, ਹੁਣ ਅਸੀਂ ਆਪਣਾ ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ